ਹਾਲੇਲੂਇਆ ਹਾਲੇਲੂਇਆ। ਧੰਨਵਾਦ। ਆਪਾਂ ਹੁਣ ਚੌਥੇ ਸੈਸ਼ਨ ਦੇ ਵਿੱਚ ਆ ਗਏ। ਉਹੋ ਹੀ ਤੁਰਿਆ ਜਾਂਦਾ, ਉਹੋ ਹੀ ਤੁਰਿਆ ਜਾਂਦਾ। ਮਿੱਟੀ ਦੇ ਖਿਡੌਣਿਆਂ ਮਿਟ ਜਾਣ ਵਾਲਿਆ, ਮਿੱਟੀ ਦੇ ਖਿਡੌਣਿਆਂ ਉਹ ਮਿਟ ਜਾਣ ਵਾਲਿਆ, ਐਵੇਂ ਕਾਨੂੰ ਦੁਨੀਆਂ 'ਚ, ਐਵੇਂ ਕਾਨੂੰ ਦੁਨੀਆਂ 'ਚ ਆਪਣੇ ਤੂੰ ਆਪ ਨੂੰ ਖਪਾ ਲਿਆ, ਆਪਣੇ ਤੂੰ ਆਪ ਨੂੰ ਖਪਾ ਲਿਆ। ਮਿੱਟੀ ਦਾ ਖਿਡੌਣਾ ਤੂੰ ਸਾਦਾ ਪਰਾਉਣਾ, ਉਹ ਮਿੱਟੀ ਦਾ ਖਿਡੌਣਾ ਤੂੰ ਇੱਕ ਸਾਦਾ ਪਰਾਉਣਾ, ਸਾਦਾ ਪਰਾਉਣਾ ਤੂੰ ਸਾਦਾ ਪਰਾਉਣਾ। ਪਵਿੱਤਰ ਆਤਮਾ ਤੇਰਾ ਧੰਨਵਾਦ। ਹੇ ਮੇਰੇ ਯਿਸੂ ਨਾਸਰੀ ਪਿਤਾ ਤੇਰਾ ਧੰਨਵਾਦ। ਪਿਤਾ ਪੁੱਤਰ ਤੇ ਪਵਿੱਤਰ ਆਤਮਾ ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ, 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 ਧੰਨਵਾਦ। ਹੇ ਪਿਤਾ, ਇਸ ਡੂੰਘਾਈ ਵਾਲੇ ਵਚਨ ਦੇਣ ਦਾ, ਸਮਝਾਉਣ ਦਾ, ਆਪਣੀਆਂ ਵਿਧੀਆਂ ਖੋਲ੍ਹਣ ਦਾ, ਗੰਢਾਂ ਅੰਦਰ ਤੇਰਾ ਧੰਨਵਾਦ, ਧੰਨਵਾਦ। ਪ੍ਰਭੂ ਪਵਿੱਤਰ ਯਿਸੂ ਨਾਸਰੀ ਪਿਤਾ ਤੇਰਾ ਧੰਨਵਾਦ। ਪਿਤਾ ਪੁੱਤਰ ਤੇ ਪਵਿੱਤਰ ਆਤਮਾ ਨੂੰ ਅਸੀਂ ਪਵਿੱਤਰ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਤਿੰਨਾਂ ਲੋਕਾਂ ਦੇ ਵਾਲੀ ਸ਼ਕਤੀਸ਼ਾਲੀ ਨਾਮ 'ਚ, ਯਿਸੂ ਨਾਸਰੀ ਦੇ ਨਾਮ 'ਚ ਅਸੀਂ ਮੰਗਦੇ ਹਾਂ, ਅਸੀਂ ਪਾ ਲੈਂਦੇ ਹਾਂ। ਆਮੀਨ। ਪਿਤਾ ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਤਾਂ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਵੇਖੋ, ਵਰਤ ਦੇ ਦਿਨ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ ਅਤੇ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ ਹੋ। ਵੇਖੋ, ਤੁਸੀਂ ਝਗੜੇ ਰਗੜੇ ਲਈ ਅਤੇ ਬੁਰਾਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੋ। ਅਤੇ ਅਸੀਂ ਇਸ ਗੱਲ ਦੀ ਪੂਰੀ ਅੰਦਰ ਗੱਲ ਬਿਠਾ ਲਈਏ। ਪਿਆਰੀ ਕਲੀਸਿਆ, ਪਿਆਰੇ ਸਰੋਤਿਓ, ਪਿਆਰਿਓ ਪਰਮੇਸ਼ਰ ਦਿਓ ਰੂਹੋ, ਆਤਮਾਵਾਂ, ਕਿ ਸੱਚੀ ਮੁੱਚੀ ਜਿਹੜੇ ਸਾਡੇ ਅੰਦਰ ਕਾਮੇ ਆ, ਅਸੀਂ ਉਹਨਾਂ ਨੂੰ ਧੱਕੀ ਫਿਰਦੇ ਹਾਂ। ਅਸੀਂ ਬਾਹਰ ਦਿਆਂ ਨੂੰ ਵੀ ਧੱਕੀ ਫਿਰਦੇ ਹਾਂ ਅਤੇ ਅਸੀਂ ਅੰਦਰ ਦਿਆਂ ਨੂੰ ਵੀ ਹੂਰੇ ਮਾਰਦੇ ਹਾਂ। ਅਸੀਂ ਬਾਹਰ ਦਿਆਂ ਨੂੰ ਵੀ ਮਾਰਦੇ ਹਾਂ ਔਰ ਅਸੀਂ ਅੰਦਰ ਦਿਆਂ ਨੂੰ ਵੀ ਮਾਰਦੇ ਹਾਂ। ਜਿੱਦਣ ਅਸੀਂ ਅੰਦਰਲਿਆਂ ਨੂੰ ਮਾਰਨੇ ਛੱਡ ਦਿੱਤੇ ਨਾ, ਉਦਣ ਅਸੀਂ ਐਟੋਮੈਟਿਕ ਹੀ ਬੰਦੇ ਬਣ ਜਾਵਾਂਗੇ, ਸੁਧਰ ਜਾਵਾਂਗੇ। ਅਤੇ ਬਾਹਰ ਦਿਆਂ ਨੂੰ ਅਸੀਂ ਕਦੀ ਵੀ ਨਾ ਕੌੜਾ ਬੋਲ ਬੋਲਾਂਗੇ ਅਤੇ ਧੱਕਾ ਮਾਰਾਂਗੇ, ਜਦੋਂ ਅਸੀਂ ਅੰਦਰਲਿਆਂ ਨੂੰ ਨਾ ਮਾਰੇ। ਇਸ ਵੇਲੇ ਅਸੀਂ ਅੰਦਰਲਿਆਂ ਦੀ ਗੱਲ ਨਹੀਂ ਸੁਣਦੇ, ਅਸੀਂ ਸ਼ੈਤਾਨੀ ਤਾਕਤਾਂ ਦੇ ਪਿੱਛੇ ਲੱਗ ਕੇ ਅਤੇ ਉਹ ਬੋਲਦੇ ਹਾਂ ਕੌੜੇ। ਕ੍ਰੋਧ, ਵੈਰ ਅਤੇ ਵਿਰੋਧ ਅਤੇ ਹੰਕਾਰ ਅਤੇ ਜਲਸ, ਇਹ ਸਾਡੇ ਅੰਦਰੋਂ ਨਿਕਲਦੀ ਨਹੀਂ। ਸਾਡੇ ਅੰਦਰ ਕੋਈ ਚਾਅ ਨਹੀਂ ਚੜ੍ਹਦਾ ਕਿ ਕਿਸੇ ਗੁਣਵਾਨ ਨੂੰ ਸੁਣਿਆ, ਪਤਾ ਲੱਗਾ, ਭੱਜ ਕੇ ਸੁਣਿਆ, ਉਹਦੇ ਨਾਲ ਮੇਲ ਮਿਲਾਪ ਕਰਨ ਦੀ ਖੁਸ਼ੀ, ਮੇਲ ਮਿਲਾਪ ਕਰਨ ਦਾ ਕੁਛ ਵਿਧੀ ਭਾਲੀ ਵੀ ਕਿੱਦਾਂ ਮਿਲਿਆ ਜਾਵੇ, ਉਸ ਸੰਗਤ ਦੇ ਵਿੱਚ ਕਿੱਦਾਂ ਬੈਠਿਆ ਜਾਵੇ, ਗੱਲਬਾਤ ਹੋਵੇ। ਕਿਉਂਕਿ ਪ੍ਰਭੂ ਦਾ ਕੋਈ ਵੀ ਵਕਤਾ, ਸਰੋਤਾ ਪਿਆਰ ਨਾਲ ਗੱਲ ਸੁਣਨ ਵਾਲਾ ਇਸ ਤਰ੍ਹਾਂ ਦਾ ਹੋਵੇ ਕਿ ਮੈਂ ਪਰਦੇਸਣ ਦਰ ਦਰ ਫਿਰਦੀ, ਵਣਜ ਕਰਨ ਲਈ ਦਿਲ ਦਾ, ਸ਼ਕਲੋਂ ਸੋਹਣੇ ਮਿਲਣ ਹਜ਼ਾਰਾਂ ਅਤੇ ਪਰ ਦਿਲ ਸੋਹਣਾ ਨਹੀਂ ਮਿਲਦਾ। ਸੰਗਤ ਕਰੀਏ ਸਾਧਕੀ, ਦਿਨ ਦਿਨ ਦੂਣਾ ਹੇਤ। ਅਸੀਂ ਜਦੋਂ ਕਿਸੇ ਦੇ ਨੇੜੇ ਜਾਂਦੇ ਹਾਂ ਨਾ, ਅਸੀਂ ਸੁਣਦੇ ਹਾਂ ਨਾ ਕਿਸੇ ਨੂੰ 2-4 ਵਾਰੀ, ਅਤੇ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਕਿੱਥੋਂ ਬੋਲਦਾ। ਕਈ ਵਾਰੀ ਬੋਲ ਓਪਰੇ ਪਹਿਲੇ ਬੜੇ ਮਿੱਠੇ ਮਿੱਠੇ ਠੀਕ ਠੀਕ ਲੱਗਦੇ ਆ, ਦੁਨਿਆਵੀ ਵੀ, ਸੰਤਾਂ ਦੇ ਵੀ, ਡੇਰਿਆਂ ਵਾਲਿਆਂ ਦੇ ਵੀ, ਚਰਚਾਂ ਵਾਲਿਆਂ ਦੇ ਵੀ, ਸਭ ਦੇ ਹੀ, ਹਰ ਇੱਕ ਦੇ ਹੀ, ਮੇਰੇ ਵਰਗੇ ਦੇ, ਮੇਰੇ ਵੀ। ਪਰ ਜਦੋਂ ਅਸੀਂ ਵਿੱਚ ਰਹਿੰਦੇ ਹਾਂ ਅਗਲੇ ਦੇ ਨੇੜੇ 2-4 ਵਾਰੀ ਵੜਦੇ ਹਾਂ
ਤੇ ਅਸੀਂ ਕਈ ਵਾਰੀ ਕਿਸੇ ਨੇ ਕਿੰਨੀ ਕਿਸੇ ਦੀ ਬੁਰਾਈ ਕੀਤੀ ਹੁੰਦੀ ਹੈ, ਬੰਦਾ ਬੜਾ ਭੈੜਾ ਹੈ, ਬੰਦਾ ਬੜਾ ਬੁਰਾ ਹੈ, ਪਰ ਜਦੋਂ ਅਸੀਂ ਉਹਦੇ ਬਚਨ ਸੁਣਦੇ ਹਾਂ ਤਾਂ ਗੱਲਬਾਤ ਕਰਦੇ ਹਾਂ ਤਾਂ ਕੁਛ ਟਾਈਮ ਮਿਲਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਵੀ ਨਹੀਂ, ਇਹ ਬੰਦਾ ਤਾਂ ਬਹੁਤ ਹੀ ਚੰਗਾ ਸੀ, ਇਹ ਬੰਦਾ ਤਾਂ ਬਹੁਤ ਹੀ ਨੇਕ ਸੀ, ਇਹਨੂੰ ਤਾਂ ਸਿਰਫ ਬਦਨਾਮ ਹੀ ਕੀਤਾ ਗਿਆ ਆ। ਤਾਂ ਸਾਨੂੰ ਨੇੜੇ ਹੋਣ ਦੇ ਨਾਲ, ਸਾਡੀ ਚੰਗੀ ਬੁੱਧੀ ਦੇ ਨਾਲ ਸਾਨੂੰ ਸਮਝ ਲੱਗਦੀ ਆ। ਜਦੋਂ ਪਰਮੇਸ਼ਰ ਸਾਡੇ ਅੰਦਰ ਚੰਗੀ ਬੁੱਧੀ ਦਿੰਦਾ ਆ, ਉਦੋਂ ਪਤਾ ਲੱਗਦਾ ਕਿ ਦੁੱਖ ਸੁੱਖ ਸੁਣਨ ਵਾਲਾ ਤੇ ਇਹ ਬੰਦਾ ਸੀ। ਦੁੱਖ ਦੇ ਵੇਲੇ ਸਾਥ ਛੱਡਣ ਵਾਲੇ ਤਾਂ ਸਾਰੇ ਹੀ ਆ, ਪਰ ਦੁੱਖ ਦੇ ਵੇਲੇ ਸਾਥ ਦੇਣ ਵਾਲਾ ਕੋਈ ਵਿਰਲਾ ਹੀ ਆ, ਜਿਹਦੇ ਅੰਦਰ ਤੂੰ ਵਸੇ। ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ। ਧਨਵਾਨ ਹੀ ਜ਼ਰੂਰੀ ਨਹੀਂ, ਜਿਨ ਕੇ ਪੱਲੇ ਧਨ ਵਸੇ ਤਿਨ ਕਾ ਨਾਮ ਫਕੀਰ। ਜੇ ਉਹਦੇ ਅੰਦਰ ਹੰਕਾਰ ਆ, ਸੇਵਾ ਭਾਵਨਾ ਹੀ ਨਹੀਂ, ਤੇ ਪਰਮੇਸ਼ਰ ਕਹਿੰਦਾ ਉਹ ਫਕੀਰ ਆ। ਜਿਹਦੇ ਹਿਰਦੇ 'ਚ ਤੂੰ ਵਸਦਾ ਤੇ ਨਰ ਗੁਣੀ ਗਹੀਰ। ਜੇ ਉਹਦੇ ਕੋਲ ਪੈਸਾ ਵੀ ਨਾ ਹੋ, ਤੇਰੀ ਬੇਨਤੀ ਕਰੂ, ਤੇਰੀ ਅਰਦਾਸ ਕਰੂ, ਤੇਰੇ ਮੂੰਹ 'ਚ ਪਾਣੀ ਪਾਊ, ਤੈਨੂੰ ਚੰਗੀਆਂ ਪਰਮੇਸ਼ਰ ਦੇ ਭੈ ਦੀਆਂ ਗੱਲਾਂ ਸਿਖਾਊ ਕਿ ਸ਼ਾਂਤੀ ਆਉਣ ਵਾਲੀਆਂ, ਅਕਲ ਵਾਲੀਆਂ, ਮੱਤ ਵਾਲੀਆਂ, ਬੁੱਧ ਵਾਲੀਆਂ, ਝਗੜੇ ਝਮੇਟਿਆਂ ਤੋਂ ਰਹਿਤ ਹੋਣ ਵਾਲੀਆਂ, ਕਲਾ ਵਿੱਚੋਂ ਕੱਢਣ ਵਾਲੀਆਂ ਗੱਲਾਂ ਸਿਖਾਓ, ਜਿਨ੍ਹਾਂ ਦੇ ਨਾਲ ਉਹਦਾ ਜੀਵਨ ਸੁਖੀ ਹੋਊ ਦੂਸਰੇ ਦਾ ਸੁਣ ਕੇ। ਤਾਂ ਇਹ ਗੱਲਾਂ ਸਾਡੇ ਵਿੱਚ ਜਿੰਨਾ ਚਿਕਰ ਨਹੀਂ ਆਈਆਂ, ਉਹਨਾਂ ਚਿਕਰ ਪਰਮੇਸ਼ਰ ਕਹਿੰਦਾ ਤੁਸੀਂ ਕੋਈ ਵਰਤ ਨਹੀਂ ਰੱਖਿਆ, ਝੂਠਾ ਵਰਤਿਆ, ਪਖੰਡ ਦਾ ਵਰਤਿਆ। ਜੇ ਰੱਖਿਆ ਤਾਂ ਪਖੰਡ ਦਾ ਆ। ਬਾਹਰੀ ਵਰਤ ਨੂੰ ਪਰਮੇਸ਼ਰ ਕਹਿੰਦਾ, ਅੱਛਾ ਸੁਣੋ ਅੱਗੇ, ਅੱਜ ਜਿਹੇ ਵਰਤ ਰੱਖਣ ਨਾਲ ਤੁਸੀਂ ਆਪਣੀ ਆਵਾਜ਼ ਉਚਾਈ ਤੋਂ ਨਹੀਂ ਸੁਣਾਓਗੇ। ਇੱਦਾਂ ਦੇ ਵਰਤ ਰੱਖਣ ਵਾਲਿਆਂ ਦੇ ਅੰਦਰ ਪਰਮੇਸ਼ਰ ਕਹਿੰਦਾ ਉੱਚੀਆਂ ਗੱਲਾਂ ਦੇ ਭੇਦ ਨਹੀਂ ਮੈਂ ਖੋਲੂੰਗਾ। ਜਿਹੜੇ ਦੁਨਿਆਵੀ ਵਰਤ ਰੱਖਦੇ ਆ ਤੇ ਅੰਦਰੋਂ ਵੈਰ ਨੂੰ, ਅੰਦਰੋਂ ਵਿਰੋਧ ਨੂੰ, ਅੰਦਰੋਂ ਈਰਖਾ ਨੂੰ, ਅੰਦਰੋਂ ਪਾਪਾਂ ਨੂੰ, ਇਹਨਾਂ ਨੂੰ ਕੱਢਦੇ ਹੀ ਨਹੀਂ, ਜਿਲਸ ਨੂੰ ਕੱਢਦੇ ਹੀ ਨਹੀਂ। ਬਾਹਰ ਗਿਆਨ ਸੁਣਾ ਕੇ ਆਇਆ, ਘਰ ਆ ਕੇ ਕਲਾ ਕਰਦਾ ਪਿਆ ਆ। ਬਾਹਰ ਗਿਆਨ ਦੀਆਂ ਗੱਲਾਂ ਕਰਕੇ ਆਇਆ, ਘਰ ਆਣ ਕੇ ਬਾਹਰ ਦੇ ਨੂੰ ਬੜਾ ਮਿੱਠਾ ਹੱਥ ਜੋੜ ਹਾਂਜੀ ਸਤਿ ਸ੍ਰੀ ਅਕਾਲ ਜੀ, ਜੈ ਮਸੀਹ ਦੀ, ਪਿਆਰਿਓ ਕੀ ਹਾਲ। ਘਰ ਦੇ ਵਿੱਚ ਆਣ ਕੇ ਬੁਲਾਵਟ ਉਹਦੀ ਦੇਖੋ। ਬਾਹਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਹਰ ਤਰ੍ਹਾਂ ਦੇ ਨਾਲ ਸਲਾਮ ਅਲੈਕਮ, ਹਰ ਤਰ੍ਹਾਂ ਦੇ ਨਾਲ ਬੜਾ ਮਿੱਠਾ ਬੋਲਦਾ ਆ। ਬਾਹਰ ਦਿਆਂ ਦੇ ਬੜਾ ਪੇਸ਼ ਸੁੰਦਰ ਆਉਂਦਾ, ਪਰ ਜਦੋਂ ਘਰ ਵਿੱਚ ਆ ਕੇ ਪਤਨੀ ਨਾਲ ਜਾਂ ਪਤਨੀ ਪਤੀ ਨਾਲ ਜਾਂ ਆਪਣੇ ਬੱਚਿਆਂ ਦੇ ਨਾਲ ਜਾਂ ਆਪਣੇ ਕਾਮਿਆਂ ਦੇ ਨਾਲ ਜਦੋਂ ਬੋਲਦਾ ਆ, ਜਾਂ ਕਿਸੇ ਨੇ ਤੁਹਾਡੇ ਨਾਲ ਚੰਗਾ ਵਰਤਾਓ ਨਹੀਂ ਕੀਤਾ ਉਹਦੇ ਨਾਲ ਬੋਲਦਾ, ਤੇ ਬੋਲ ਦੇ ਵਿੱਚ ਇੰਨਾ ਹੰਕਾਰ, ਇੰਨੀ ਨਫ਼ਰਤ, ਇੰਨਾ ਕੁੜੱਤਣ, ਬੋਲ ਹੀ ਹੋਰ। ਤਕਰੀਬਨ ਘਰਦਿਆਂ ਦੇ ਬੰਦਿਆਂ ਦੇ ਆਪਸ ਵਿੱਚ ਘਰ ਵਿੱਚ ਤਾਲਮੇਲ ਬੈਠਦੇ ਹੀ ਨਹੀਂ, ਬੋਲ ਹੀ ਹੋਰ। ਤੇ ਜੇ ਕੋਈ ਬਾਹਰੋਂ ਆਣ ਕੇ ਬੰਦਾ ਬਹਿ ਜਾਵੇ ਵਿੱਚ, ਫੇਰ ਬੋਲ ਹੋਰ। ਉਹ ਬੰਦਿਆ ਇਹ ਠੱਗੀ ਕਰਨੀ ਛੱਡ ਦੇ, ਤੈਨੂੰ ਰੱਬ ਦੇਖਦਾ ਆ। ਹੋਏ ਉਹ ਤੋਂ ਡਰ। ਸਭ ਤੋਂ ਪਹਿਲਾਂ ਆਪਣੇ ਘਰਦਿਆਂ 'ਚ ਦੋਸਤ ਬਣ, ਆਪਣੇ ਘਰ ਵਿੱਚ ਸ਼ਾਂਤੀ ਰੱਖ। ਜੇ ਘਰ ਦੇ ਤੈਨੂੰ ਕੌੜਾ ਵੀ ਬੋਲਦੇ, ਤੂੰ ਚੁੱਪ ਕਰ ਜਾ, ਤੂੰ ਪਰਮੇਸ਼ਰ ਅੱਗੇ ਬੇਨਤੀ ਕਰ, ਕੋਈ ਗੱਲ ਨਹੀਂ, ਪਰਮੇਸ਼ਰ ਰਹਿਮਤ ਕਰੂਗਾ। ਉਹ ਬਹੁਤ ਵੱਡਾ ਹੈ, ਉਹ ਜਿੰਦਾ ਪਰਮੇਸ਼ਰ ਆ, ਯਿਸੂ ਮਸੀਹ ਜਿੰਦਾ ਪਰਮੇਸ਼ਰ ਆ। ਉਹ ਤੇਰੇ ਬੋਲਾਂ ਨੂੰ, ਤੇਰੀਆਂ ਅਰਦਾਸਾਂ ਨੂੰ, ਤੇਰੇ ਪ੍ਰੇਮ ਨੂੰ ਦੇਖਦਾ ਆ। ਉਹ ਕਹਿੰਦਾ ਮੈਂ ਦੇਖਦਾ ਹਾਂ, ਮੇਰੀ ਅੱਖ ਤੇਰੇ ਉੱਤੇ ਆ। ਜਿਹੜੇ ਅਧੀਨ ਹਿਰਦੇ ਆ ਪਰਮੇਸ਼ਰ ਦੇ ਪਿਆਰੇ, ਉਹਨਾਂ ਤੇ ਅੱਖ ਹਰ ਵੇਲੇ ਪਰਮੇਸ਼ਰ ਰੱਖਦਾ ਆ, ਧਿਆਨ ਵਿੱਚ ਰੱਖਦਾ ਆ। ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ ਉਹ। ਤਾਂ ਪਰਮੇਸ਼ਰ ਕਹਿੰਦਾ ਦੇਖੋ, ਇੱਦਾਂ ਦੇ ਵਰਤ ਜਿਹੜੇ ਅੱਜ ਵਰਤ ਰੱਖਣ ਨਾਲ
ਤੁਸੀਂ ਆਪਣੀ ਆਵਾਜ਼ ਉਚਾਈ ਤੋਂ, ਭਾਵ ਕਿ ਉੱਚੀਆਂ ਗੱਲਾਂ ਪਰਮੇਸ਼ਰ ਦੀਆਂ ਨੂੰ ਨਹੀਂ ਕੱਢ ਸਕੋਗੇ ਆਪਣੇ ਮੂੰਹ ਚੋਂ। ਡੂੰਘਿਆਈ ਵਾਲੀਆਂ ਨੂੰ, ਖੋਜ ਵਾਲੀਆਂ ਨੂੰ, ਸੱਚੀਆਂ ਤੇ ਸੁੱਚੀਆਂ ਨੂੰ ਨਹੀਂ ਤੁਸੀਂ ਬੋਲ ਸਕੋਗੇ। ਨਿਕਲਣਗੀਆਂ ਹੀ ਨਹੀਂ ਅੰਦਰੋਂ, ਆਉਣਗੀਆਂ ਕਿੱਥੋਂ? ਤੁਸੀਂ ਤਾਂ ਦੂਜਿਆਂ ਦੇ ਔਗਣ ਦੇਖਣ ਤੇ ਅੱਠੇ ਪੈਰ ਲੱਕ ਬੰਨਿਆ ਹੋਇਆ। ਕਿਸੇ ਗੁਣਵਾਨ ਨੂੰ ਸੁਣਨ ਨੂੰ ਤਿਆਰ ਨਹੀਂ। ਇੱਕ ਸੰਤ ਆ, ਇੱਕ ਪਾਸਟਰ ਆ, ਇੱਕ ਗਿਆਨੀ ਆ, ਇੱਕ ਵਿਦਵਾਨ ਆ, ਉਹ ਆਪਣੇ ਮੂੰਹ ਚੋਂ ਆਖੇ ਕਿ ਭਾਈ ਜਿੱਥੇ ਆਓ ਤੁਹਾਨੂੰ ਮੈਂ ਕਿਸੇ ਹੋਰ ਵਿਦਵਾਨ ਨੂੰ ਵੀ ਮਿਲਾਵਾਂ, ਆਓ ਆਪਾਂ ਇਕੱਠੇ ਹੋ ਕੇ ਸੰਗਤੀ ਕਰੀਏ, ਆਓ ਆਪਣੇ ਵਿੱਚ ਏਕਤਾ ਦੇ ਵਿੱਚ ਪਰਮੇਸ਼ਰ ਦੇ ਪ੍ਰੇਮ ਦਾ ਵਾਧਾ ਹੋਵੇ। ਤੇ ਜਿਹੜਾ ਕਹਿੰਦਾ ਮੇਰੇ ਤੋਂ ਸਿਵਾ ਹੋਰ ਕੋਈ ਗਿਆਨੀ ਨਹੀਂ, ਮੈਨੂੰ ਹੀ ਸੁਣਨਾ, ਉਹ ਗਿਆਨੀ ਨਹੀਂ ਹੋ ਸਕਦਾ, ਉਹ ਗਿਆਨੀ ਨਹੀਂ ਹੋ ਸਕਦਾ। ਗਿਆਨ ਦੀਆਂ ਗੱਲਾਂ ਸਾਨੂੰ ਕਿੱਥੋਂ ਮਿਲਣੀਆਂ? ਕੀੜੀ ਕੋਲੋਂ, ਘਾਹ ਦੀ ਤਿੜ ਕੋਲੋਂ। ਦੁਨਿਆਵੀ ਬੰਦਿਆਂ ਕੋਲੋਂ ਤਾਂ ਮੁਸ਼ਕਿਲ ਹੀ ਮਿਲੂਗੀਆਂ, ਇਹਨਾਂ ਕੋਲ ਚਲ ਜਾਓ। ਕੀੜੀ ਨੂੰ ਪੁੱਛ ਪਿਆਰ, ਕੀੜੀ ਨੂੰ ਪੁੱਛ ਪਿਆਰ ਕਿੱਦਾਂ ਕਰੀਦਾ ਆ। ਅੱਖਾਂ ਤੋਂ ਕੀੜੀ ਨੂੰ ਦਿਸਦਾ ਨਹੀਂ, ਅੱਖਾਂ ਹੈ ਨਹੀਂ, ਤੇ ਕਿਵੇਂ ਕਤਾਰ ਬੰਨ ਕੇ ਚੱਲਦੀਆਂ ਆ, ਕਿਵੇਂ ਕਤਾਰ ਵੱਜੀ ਹੋਈ ਉਹਨਾਂ ਦੀ। ਭੋਜਨ ਹਰ ਇੱਕ ਦੇ ਮੂੰਹ 'ਚ ਫੜਿਆ ਆ, ਸਮਰ ਨੂੰ ਇਕੱਠਾ ਕਰਕੇ ਸਿਆਲ ਨੂੰ ਵੜ ਜਾਂਦੀਆਂ ਡੁੱਡ ਵਿੱਚ, ਦਿਸਦੀਆਂ ਹੀ ਨਹੀਂ। ਇੱਕੋ ਹੀ ਡੁੱਡ ਵਿੱਚ, ਇੱਕੋ ਹੀ ਖੁੱਡ ਵਿੱਚ, ਇੱਕੋ ਹੀ ਜਗ੍ਹਾ 'ਚ, ਇੱਕੋ ਹੀ ਘਰ 'ਚ ਕਿੰਨੀਆਂ। ਕਦੀ ਰੌਲਾ ਸੁਣਿਆ ਕੀੜੀਆਂ ਦਾ? ਕਦੀ ਲੜਾਈ ਸੁਣੀ? ਪਰ ਕੁੱਤਿਆਂ ਦੀ, ਓਏ ਹੋਏ ਹੋਏ, ਇੱਕ ਮਾਸ ਦੀ ਹੱਡੀ ਇੱਕ ਕੁੱਤੇ ਦੇ, ਦੂਜੇ ਉਹਦੇ ਪੇਸ਼ ਪਏ ਹੁੰਦੇ, ਮੈਂ ਖੋਣੀ, ਮੈਂ ਖੋਣੀ, ਮੈਂ ਖੋਣੀ, ਕਰਕੇ ਮਾਰਦੇ, ਜਾਊ ਜਾਊ ਬਹੁ ਬਹੁ ਕਰਕੇ ਪੈਂਦੇ ਆ। ਸਾਡੀ ਹਾਲਤ ਤਾਂ ਇਹੋ ਜਿਹੀ ਆ, ਸਾਡੀ ਹਾਲਤ ਤਾਂ ਇਹੋ ਜਿਹੀ ਆ। ਹੁਣ ਅਸੀਂ ਆਪਣੇ ਆਪ ਨੂੰ ਗਿਆਨ ਲੈਣ ਲਈ ਕੀੜੀ ਕੋਲ ਗਏ ਹਾਂ, ਅਤੇ ਗਿਆਨ ਲੈਣ ਲਈ ਕੁੱਤਿਆਂ ਕੋਲ ਵੀ ਅਸੀਂ ਚੱਲ ਗਏ। ਸਾਨੂੰ ਉੱਥੋਂ ਵੀ ਗਿਆਨ ਮਿਲ ਗਿਆ, ਅਸੀਂ ਇੱਦਾਂ ਦੇ ਨਹੀਂ ਬਣਨਾ, ਅਸੀਂ ਕੀੜੀ ਵਰਗੇ ਬਣਨਾ। ਗਿਆਨ ਲੈਣ ਲਈ ਅਸੀਂ ਹਾਥੀ ਕੋਲ ਚੱਲ ਜਾਂਦੇ ਹਾਂ। ਹਾਥੀ ਨੂੰ ਨਵਾਓ, ਹਾਥੀ ਨੀਰ ਨਵਾ ਲਈਏ ਅਤੇ ਸਰਸ਼ਾਰ ਉਡਾਵੇ, ਉਸੇ ਵੇਲੇ ਮਿੱਟੀ ਪਾ ਲੈਂਦਾ ਆਪਣੀ ਸੁੰਡ ਨੂੰ ਭਰ ਕੇ, ਉਸੇ ਵੇਲੇ। ਇੱਦਾਂ ਦਾ ਸਾਡਾ ਇਹ ਮਨ ਆ। ਜੇ ਕੁਛ ਚੰਗਾ ਕਰ ਵੀ ਲਿਆ ਨਾ, ਇੰਨਾ ਹੰਕਾਰ, ਤੇ ਮੈਂ ਤਾਂ ਬਹੁਤ ਵਿਦਵਾਨ ਬਣ ਗਿਆ ਹੈਂ। ਇੱਥੇ ਬੋਲ ਰਿਹਾ ਉਹ ਆ, ਸੰਗੀ ਹੁਣੇ ਘੁੱਟ ਦੇਵੇ ਤੇਰੀ, ਸਾਹ ਹੁਣੇ ਬੰਦ ਕਰ ਦੇਵੇ, ਤੇ ਕੀ ਬੀਬੀ ਬੱਚੀ ਆ, ਬੀਬੀ ਹਰਭਜਨ ਕੌਰ, ਕੀ ਬੋਲੂ? ਕਹਿਣਾ ਬਚਨ ਕਰਦੀ ਸੀ ਰਾਤ ਨੂੰ ਇੱਥੇ ਕਮਰੇ 'ਚ ਆਪਣੇ, ਪਤਾ ਹੀ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਲੱਗਾ, ਉੱਥੇ ਹੀ ਮਰੀ ਪਈ ਸੀ, ਅਸੀਂ ਤਾਂ ਬਸ ਦੇਖਿਆ। ਇਹ ਉਹਦੀ ਮਰਜ਼ੀ ਆ, ਜਦੋਂ ਮਰਜ਼ੀ ਬੋਤੀ ਬੰਦ। ਅਸੀਂ ਲਾਈਟ ਸਾਡੇ ਹੱਥ ਵਿੱਚ ਹੈ, ਜਦੋਂ ਮਰਜ਼ੀ ਸੁੱਚ ਬੰਦ, ਅਤੇ ਜਦੋਂ ਮਰਜ਼ੀ ਆਨ। ਅਸੀਂ ਉਹਦੀ ਲਾਈਟ ਹਾਂ, ਅਸੀਂ ਕੁਛ ਨਹੀਂ, ਅਸੀਂ ਉਹਦੀ ਸਵਿੱਚ ਹਾਂ, ਅਸੀਂ ਕੁਛ ਨਹੀਂ, ਅਸੀਂ ਕੁਛ ਨਹੀਂ, ਅਸੀਂ ਕੁਛ ਨਹੀਂ। ਉਹ ਕਹਿੰਦਾ ਹੰਝੂ ਜਦੋਂ ਤੇਰੇ ਆਉਂਦੇ ਆ ਨਾ, ਤੇਰੀ ਗੰਦਗੀ ਨੂੰ ਧੋਂਦੇ ਆ, ਜਿੰਨਾ ਚਿਰ ਤੇਰੇ ਹੰਝੂ ਨਾ ਆਉਣ, ਤੇਰੀ ਗੰਦਗੀ ਧੁੱਪ ਹੀ ਨਹੀਂ ਸਕਦੀ। ਜਿੰਨਾ ਚਿਰ ਮਾਂ ਬੱਚੇ ਦੀ ਪ੍ਰਸੂਤ ਦੀ ਸੂਲਾਂ ਨੂੰ ਨਹੀਂ ਸਹਿੰਦੀ, ਮਾਂ ਬਣ ਹੀ ਨਹੀਂ ਸਕਦੀ। ਜਿੰਨਾ ਚਿਰ ਅੱਖਾਂ 'ਚੋਂ ਪਰਮੇਸ਼ਰ ਦੇ ਵਿਛੋੜੇ ਦੇ ਅਤੇ ਆਪਣੇ ਔਗਣਾਂ ਦੇ ਪਛਾਤਾਪ ਦੇ ਹੰਝੂ ਨਹੀਂ ਨਿਕਲਦੇ, ਤੇਰੀ ਗੰਦਗੀ ਧੁੱਪੂਗੀ ਕਿੱਦਾਂ? ਲਾਲਾ ਜ਼ੋਰ ਜਿੰਨਾ ਮਰਜ਼ੀ ਨਹੀਂ ਧੁੱਪਣੀ। ਇੱਦਾਂ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਉਹ ਲਈਏ ਧੋਏ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਪਰਮੇਸ਼ਰ ਦੇ ਪ੍ਰੇਮ ਦੇ ਹੰਝੂਆਂ ਦੇ ਨਾਲ ਧੋ ਹੋਣੀ ਆ। ਇਹ ਨਿਕਲਣੇ ਕਦੋਂ ਆ? ਜਦੋਂ ਤੇਰੇ ਅੰਦਰ ਉਹਦੇ ਮਿਲਾਪ ਦੀ ਤੜਫ ਪੈਦਾ ਹੋਈ। ਆਓ ਆਪਾਂ ਵਰਤਾਂ ਦੀ ਕਹਾਣੀ ਨੂੰ ਚੱਲੀਏ। ਮੈਨੂੰ ਨਹੀਂ ਪਤਾ ਇਹ ਕਿੱਡੀ ਲੰਬੀ ਪਰਮੇਸ਼ਰ ਨੇ ਕਰਨੀ ਆ। ਵਰਤ ਦੀ ਕਿਹੜੀ ਗੱਲ? ਵਰਤ ਦੀ ਕੋਈ ਛੋਟੀ ਗੱਲ? ਵਰਤ ਨੂੰ ਤਾਂ ਅਸੀਂ ਪਖੰਡ ਬਣਾਇਆ,
ਅੰਨ ਛੱਡ ਕਰੇ ਪਖੰਡ ਹੈ, ਨਾ ਉਹ ਸੁਹਾਗਣ ਤੇ ਨਾ ਉਹ ਰੰਡ, ਕੁਛ ਵੀ ਨਹੀਂ। ਤੇ ਕਹਿੰਦਾ ਪਰਮੇਸ਼ਰ ਜੀ ਕਹਿੰਦੇ ਤੁਸੀਂ ਅੱਜ ਅੱਜ ਜਿਹੇ ਵਰਤ ਰੱਖਣ ਨਾਲ, ਤੁਸੀਂ ਇੱਦਾਂ ਦੇ ਵਰਤ ਰੱਖਣ ਨਾਲ ਆਪਣੀ ਆਵਾਜ਼ ਉਚਾਈ ਤੋਂ ਨਹੀਂ ਸੁਣਾਓਗੇ। ਉੱਚੀਆਂ ਗੱਲਾਂ, ਸੁੱਚੀਆਂ ਗੱਲਾਂ ਤੁਹਾਡੇ ਅੰਦਰ ਪੈਦਾ ਨਹੀਂ ਹੋਣਗੀਆਂ, ਨਹੀਂ ਹੋ ਸਕਣਗੀਆਂ। ਬੁੱਧੀਮਾਨ ਤੁਹਾਡੇ ਅੰਦਰ ਨਹੀਂ ਠਹਿਰ ਸਕੂਗੀ, ਤੁਹਾਡੇ ਅੰਦਰ ਉਚਾਈ ਨਹੀਂ ਛੂ ਸਕੂਗੀ, ਕਿਉਂਕਿ ਨਰਮ ਨਿਮਰ ਹਿਰਦਿਆਂ ਉੱਤੇ ਮੇਰਾ ਪਰਮੇਸ਼ਰ ਵਸਦਾ ਆ। ਅਸੀਂ ਇੱਕ ਮਿੱਟੀ ਦਾ ਕਤਰਾ ਆ। ਅਸੀਂ ਗਏ ਹਾਥੀ ਕੋਲ, ਸਾਨੂੰ ਗਿਆਨ ਮਿਲਿਆ। ਅਸੀਂ ਗਏ ਕੀੜੀ ਕੋਲ, ਸਾਨੂੰ ਗਿਆਨ ਮਿਲਿਆ। ਅਸੀਂ ਗਏ ਕੁੱਤਿਆਂ ਦੇ ਕੋਲ, ਸਾਨੂੰ ਗਿਆਨ ਮਿਲਿਆ ਕਿ ਅਸੀਂ ਕੁੱਤਿਆਂ ਦੀ ਤਰ੍ਹਾਂ ਨਹੀਂ ਲੜਨਾ, ਅਸੀਂ ਕੁੱਤਿਆਂ ਦੀ ਤਰ੍ਹਾਂ ਨਹੀਂ ਭੌਂਕਣਾ, ਅਸੀਂ ਕੁੱਤਿਆਂ ਦੀ ਤਰ੍ਹਾਂ ਇੱਕ ਦੂਜੇ ਦੀ ਹੱਡੀ ਨਹੀਂ ਖਿੱਚਣੀ। ਜਿਹਦੇ ਕੋਲ ਹੈਗੀ ਉਹ ਚੂਸੀ ਜਾਵੇ। ਪਰਮੇਸ਼ਰ ਦਾ ਬਚਨ ਆਪਾਂ ਚੂਸੀਏ ਤੇ ਇੱਕ ਦੂਜੇ ਤੋਂ ਖੂਨ ਘੜੀਸਣ ਵਾਲੀ ਗੱਲ ਨਾ ਕਰੀਏ। ਉਹ ਕੀ ਆ, ਉਹ ਕੀ। ਨਾ ਕਿਸੇ ਤੇ ਦੋਸ਼ ਲਾਈਏ, ਨਾ ਕਿਸੇ ਤੇ ਉਂਗਲ ਚੱਕੀਏ। ਸਾਡਾ ਪਰਮੇਸ਼ਰ ਸਾਨੂੰ ਅੰਦਰੋਂ ਦੇਖਦਾ, ਅਸੀਂ ਕੀ ਹਾਂ ਤੇ ਅਸੀਂ ਕਿੱਥੋਂ ਬੋਲਦੇ ਹਾਂ। ਅਸੀਂ ਕੀ, ਸਾਡੇ ਅੰਦਰ ਮਿਲਾਪ ਦਾ ਤੜਫਾ ਲੱਗਾ ਕਿ ਨਹੀਂ ਲੱਗਾ, ਵਿਛੋੜੇ ਦਾ। ਪਰ ਜਿੰਨਾ ਚਿਰ ਦੇਹ ਦੇ ਵਿੱਚ ਅਸੀਂ ਤਿਬਕੇ ਦੇ ਇਸ ਰੂਪ ਦੇ ਵਿੱਚ ਉੱਥੇ ਹੈਗੇ ਨਾ ਪਰਮੇਸ਼ਰ ਦੇ ਕੋਲ, ਇੱਥੋਂ ਨਹੀਂ ਨਿਕਲਦੇ, ਉਹਨਾਂ ਚਿਰ ਸਾਡੀ ਜੁਦਾਈ ਵੀ ਆ ਔਰ ਸਾਡਾ ਮਿਲਾਪ ਵੀ ਆ। ਇਹ ਬੜਾ ਇੱਕ ਅਨੋਖੀ ਗੱਲ ਆ। ਇਹ ਹੰਝੂ ਜਿਹੜੇ ਨਾ, ਇਹਨਾਂ ਵਿੱਚ ਇੰਨਾ ਮਸਤੀ ਆ, ਹੰਝੂਆਂ 'ਚ ਇੰਨਾ ਪ੍ਰੇਮ ਆ ਨਾ, ਇੰਨੀ ਖੁਸ਼ੀ ਆ ਕਿ ਜਿਹੜੀ ਕੋਈ ਦੱਸ ਹੀ ਨਹੀਂ ਸਕਦਾ। ਦੁਨਿਆਵੀ ਹੰਝੂ ਨਹੀਂ ਹੈਗੇ। ਦੁਨਿਆਵੀ ਹੰਝੂ ਵਿੱਚ ਰੋਗ, ਮੁਸੀਬਤਾਂ, ਸਿਰ ਦਰਦ, ਬੁਖਾਰ, ਦੇਹ ਟੁੱਟਣੀ, ਦੁਨਿਆਵੀ ਹੰਝੂ। ਪਰ ਪ੍ਰੇਮ ਦੇ ਹੰਝੂਆਂ ਆਨੰਦ, ਖੇੜਾ, ਖੁਸ਼ੀ, ਉਚਾਈ ਦਾ ਗਿਆਨ, ਧਿਆਨ, ਰਾਜ ਪਰਮੇਸ਼ਰ ਦਾ ਰਾਜ ਇੱਥੇ। ਰਾਜਾ ਭਾਵੇਂ ਕੋਲ ਕੁਛ ਵੀ ਨਹੀਂ, ਜਿਨ ਕੇ ਪੱਲੇ ਤੂੰ ਵਸੇ ਤੇ ਨਰਗੁਣੀ ਗਹੀਰ। ਆਪਣੇ ਆਪ ਨੂੰ ਰਾਜਾ ਸਮਝਦਾ, ਆਪਣੇ ਆਪ ਨੂੰ ਨੰਨਾ ਬੱਚਾ ਵੀ ਸਮਝਦਾ। ਅੰਦਰ ਕੋਈ ਮਾਣ ਨਹੀਂ ਜਿਵੇਂ ਬੱਚੇ ਦੇ ਹੁੰਦਾ। ਇੱਦਾਂ ਆਨੰਦ ਆ ਆਪਣੀਆਂ ਬਾਹਰੀ ਚੀਜ਼ਾਂ ਦਾ, ਆਪਣੀਆਂ ਮਹਿਲ ਬਾੜੀਆਂ ਦਾ। ਕੋਈ ਹੰਕਾਰ ਨਹੀਂ ਹੈਗਾ ਛੋਟੇ ਬੱਚੇ ਦੇ ਜਿਵੇਂ ਹੁੰਦਾ, ਐਵੇਂ ਇਸ ਤਰ੍ਹਾਂ ਜਿੰਦਾ ਪਿਆ। ਇਹ ਅੰਦਰ ਇਹਨਾਂ ਹੰਝੂਆਂ ਦੇ ਵਿੱਚੋਂ ਇਹ ਆਨੰਦ ਆਉਂਦਾ ਹੈ, ਇਹਨਾਂ ਹੰਝੂਆਂ ਦੇ ਵਿੱਚ ਆਉਂਦਾ ਹੈ। ਤਾਂ ਇਸ ਕਰਕੇ ਆਪਾਂ ਨੂੰ, ਮੈਨੂੰ ਲੱਗਦਾ ਆ ਕਿ ਇੱਕ ਤੁੱਖ ਦੇ ਉੱਤੇ ਗੱਲ ਚੱਲੀ ਜਾਣੀ ਆ। ਆਹਾ ਜਿਹੜਾ ਹੁਣ 2 ਬਚਨ ਕੀਤੇ ਸੀਗੇ ਤੇ 2 ਬਚਨਾਂ ਦੇ ਨਾਲ 18 ਮਿੰਟ ਬਣ ਗਏ। ਆਪਾਂ ਗਿਆਨ ਲਿਆ ਆ। ਯਾਦ ਰੱਖਿਓ, ਕੁੱਤਿਆਂ ਵੱਲ ਨੂੰ ਦੇਖਿਓ। ਤੇ ਜੇ ਕੁੱਤਿਆਂ ਵਾਂਗੂ ਆਪਾਂ ਵੀ ਬੋਲਦੇ ਹਾਂ ਨਾ, ਗਾਲ ਕੱਢਦੇ ਹਾਂ, ਮੰਦਾ ਬੋਲਦੇ ਹਾਂ, ਕਦੀ ਕਿਸੇ ਨੂੰ ਕਿੱਦਾਂ ਦੀਆਂ ਗੰਦੀਆਂ ਗਾਲਾਂ ਕੱਢਦੇ ਹਾਂ, ਜਾਂ ਕਿਸੇ ਨੂੰ ਕ੍ਰੋਧ ਨਾਲ ਬੋਲਦੇ ਹਾਂ, ਪਿੱਠ ਪਿੱਛੇ ਗਾਲਾਂ ਕੱਢੀ ਜਾਂਦੇ ਰਹਿੰਦੇ ਹਾਂ, ਮੂੰਹ 'ਤੇ ਮਿੱਠਾ ਬੜਾ ਬੋਲਦੇ ਹਾਂ, ਪਿੱਠ ਪਿੱਛੇ ਗਾਲਾਂ ਕੱਢ ਦਿੰਦੇ ਹਾਂ, ਵੀ ਮੂੰਹ 'ਤੇ ਵੀ ਗਾਲਾਂ, ਘਰ 'ਚ ਵੀ ਆਉਂਦੇ ਤਾਂ ਵੀ ਮਾੜਾ ਜਿਹਾ ਕੁਛ ਨਹੀਂ, ਕੋਈ ਇੱਧਰ ਉੱਧਰ ਕੁਛ ਹੋਇਆ ਹੁੰਦਾ ਤਾਂ ਵੀ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਹਾਂ। ਫਿਰ ਸਮਝ ਲਓ, ਉੱਥੋਂ ਅੰਦਾਜ਼ਾ ਲਾਓ ਕਿ ਸਾਡੇ ਅੰਦਰ ਕੁੱਤਿਆਂ ਦੀ ਬਿਰਤੀ ਆ। ਅਤੇ ਜੇ ਪ੍ਰੇਮ ਆ, ਮਿਲਾਪ ਆ, ਫਿਰ ਸਮਝ ਲਓ ਕੀੜੀਆਂ ਕੋਲੋਂ ਗਿਆਨ ਲੈ ਲਿਆ। ਅਸੀਂ ਕੁੱਤਿਆਂ ਤੋਂ ਲੈ ਕੇ ਅਸੀਂ ਸਮਝਣਾ ਅਸੀਂ ਕੁੱਤੇ ਨਹੀਂ ਬਣਨਾ, ਅਸੀਂ ਕੀੜੀ ਬਣਨਾ। ਹਾਥੀ ਬਣਨਾ ਛੱਡ ਕੇ ਤੇ ਕੀੜੀ ਬਣ ਕੇ ਆ ਜਾਓ। ਲੈ ਲਓ ਟਿਕਟਾਂ, ਜੇ ਚੜ੍ਹਨਾ ਜੱਸੂ ਦੇ ਜਹਾਜ਼ 'ਤੇ ਲੈ ਲਓ ਟਿਕਟਾਂ। ਅਤੇ ਹਾਥੀ ਨੂੰ ਨਵਾਲਿਆ ਸੀ ਅਤੇ ਉਸ ਲਈ ਉਹਨੇ ਆਪਣੇ ਮਿੱਟੀ ਪਾ ਲਈ ਸੀ। ਇੱਥੇ ਤੱਕ ਪਰਮੇਸ਼ਰ ਕਹਿੰਦਾ ਆ, ਹਾਲੇਲੂਇਆ, ਧੰਨਵਾਦ ਪਰਮੇਸ਼ਰ ਤੇਰਾ। ਫਿਰ ਉਹ ਕਹਿੰਦੇ ਭਲਾ ਇਹੋ ਜਿਹਾ
ਭਲਾ ਇਹੋ ਜਿਹਾ ਵਰਤ ਜਿਹੜਾ ਤੁਸੀਂ ਰੱਖਿਆ ਜਿਹਨੂੰ ਮੈਂ ਚੁਣਾ। ਪਰਮੇਸ਼ਰ ਕਹਿੰਦਾ ਇਹੋ ਜਿਹੇ ਵਰਤ ਨੂੰ, ਹੂਰੇ ਮਾਰਨ ਵਾਲੇ ਨੂੰ, ਕੁੱਤਿਆਂ ਦੀ ਤਰ੍ਹਾਂ ਜੈਲਸ ਕਰਨ ਵਾਲੇ ਨੂੰ, ਇੱਕ ਦੂਜੇ ਤੋਂ ਹੱਡੀ ਖੋਹਣ ਵਾਲੇ ਨੂੰ, ਇੱਕ ਦੂਜੇ ਨੂੰ ਭੌਂਕਣ ਵਾਲੇ ਨੂੰ, ਜੈਲਸ ਨਾ ਛੱਡੇ, ਵੈਰ ਨਾ ਛੱਡੇ, ਵਿਰੋਧ ਨਾ ਛੱਡੇ, ਕਾਰ ਨਾ ਛੱਡੇ, ਕਲਾ ਨਾ ਛੱਡੇ, ਬਾਹਰ ਗਿਆਨ ਧਿਆਨ ਕਰੇ, ਅੰਤਰ ਬਾਹਰ ਗਿਆਨ ਧਿਆਨ स्नान अंतर व्यापे लोभ स्वान अंतर अगन बाहर तन सुहा गल पत्थर कैसे तरे था। परमेश्वर कहता तेरे बंदे ते गल नूं बचन विच लिखिया पत्थर बन दिता ते डूंघण विच डोबिया जावे तो फिर भी थोड़ी सजा है जिहड़ा इन्ना पखंड करदा फिरदा। घर आके बड़ी चौधर नाल हंकार नाल बोलदा है, घर आण के बोलाहटी होर, बार बार हथ जोड़ जोड़, बाहर दी दुनिया कहती बंदा बड़ा वाधू बई, ਉਹਦੇ घर जाके देखो किदां गाल ते लड़ाई ते फसाद दे तो बगैर गल ही नहीं करता। बाहर सहेलियां बड़ियां मिठियां, विवाह भी बड़ी बीबी है भैन जी तो बहुत हरभजन कौर ते भी जिवें बड़ी चंगी आ, पर घर दा वरताव देखा तो मैं अपने देखो फिर पता लगता सच्ची मुच्ची असी किदां दे। असी अपने अंदर ठोकरा मार मार जाना आ, असी है किहो जाए। परमेश्वर साडे नाल हर वेले रहिंदा, अठे पैर सानू देखदा, वो तू कपटिया करदा की आ। परमेश्वर दा सुभाਅ साडे अंदर जिन्ना चिकर नहीं आया ना, उन्ना चिकर असी कोई परमेश्वर दे बच्चे नहीं आ। ਐਵੇਂ ਆਪਣੇ ਆਪ ਨੂੰ ਫੁੱਲੀਆਂ ਪਾ ਲੈਣੀਆਂ ਝੂਠੀਆਂ, ਵਾਹ 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 ਵਾਹ, ਤੁਸੀਂ ਇੱਕ ਦੋ ਬੰਦਿਆਂ ਨੂੰ ਸੰਗਤੀ ਕਰ ਦਿੱਤੀ ਆ, ਚੰਗੀ ਗੱਲ ਸੁਣਾ ਦਿੱਤੀ ਆ, ਤੁਸੀਂ ਤਰ ਜਾਓਗੇ, ਤੁਸੀਂ ਬੰਦੇ ਬਚਾ ਲਏ, ਤੁਸੀਂ ਤਰ ਜਾਓਗੇ। ਪਰਮੇਸ਼ਰ ਨੇ ਸਿੱਧਾ ਹੀ ਕਿਹਾ, ਜਦੋਂ ਇਹ ਕਹਿਣਗੇ ਮਤੀ 7 ਵਿੱਚ ਕਿਹਾ ਆ ਪਰਮੇਸ਼ਰ ਨੇ कि तुसी बथेरे आओगे जदों मैं आया, कहण प्रभु जी असी तेरे नाम च बड़े चमत्कार किए, बड़े भूत कड्ढे, असी बड़े मतलब बड़ियां करामातां तेरे नाम च कीतियां। परमेश्वर कहंदा मैं कहूँगा जाओ कपटियो, मैं तुहानूं किसे नूं नहीं जानदा, करो जो मर्जी। अंदरों तुहाडे मैं तू बसी हुई सी, हंकार सी, मेरे नाम ने जो कीता पर तुसीं तां अपनी होंद इन्नी जणाई हुई सी, मेरे वर्गा तो कोई है ही नहीं। मैं तो अंदरों देखदा आ, अंदर दा वरताव तेरा किहो जिहा, अंदर दी भावना ते अंदर दे ख्याल तेरे किहो जिहे। जद तू मिठा बोलन लग गया, अंदरों सुधर गया ना, फिर ना तू बाहर कौड़ा बोलेगा, ना घर च बोलेगा, फिर ना बोलेगा। फिर तू सोच अपने परमेश्वर नूं, परमेश्वर दी यादां वस जाणगियां तेरे अंदर। तू मंगेगा ते मंगां तेरे कोलों, ते ना संगां तेरे कोलों तेरे नाम दी। हे प्रभु तू वस मेरे अंदर, प्रभु तू अपना सुभाਅ मैनूं दे, हे प्रभु मेरे ते रहमत कर, हे प्रभु मैनूं धो। पिता पुत्र ते पवित्र आत्मा नूं असी प्यारे शक्तिशाली नाम तिन्नां दा वाली, तिन्नां लोकां दा वाली यसू नासरी उहदे नाम च मंगदे और पा लैने आ। ते अपने फिर इन्ने मिनट हो गए, ऑलमोस्ट काफ़ी 20-23 मिनट हो गए, आपां इत्थों ही आमीन कह के अगले सैशन विच बढ़ जाते हैं। वो मेरा ख्याल 4 हो गए है ना, तो हुण मेरा ख्याल 5वां आ, 5 एक शायद 5 हो गए, 5। हालेलुया, धन्नवाद धन्नवाद धन्नवाद। 4 हो गए। हुण आपां 5वें विच वड़दे हां, क्योंकि ये मेरे दिमाग दे विचों इधरली गल निकल गई। एक बारी चेक कर लवांगे, फिर बोल के फिर इत्थों आसानी नाल तुर पवांगे। 5वें सैशन विच आपां बढ़ांगे। हालेलुया, धन्नवाद, आमीन। प्रभु जी तेरा धन्नवाद, असीं तैनूं मंगदे हां पिता, असीं तैनूं मंगदे हां, आमीन।